ਓਮ ਸ਼ਾਂਤੀ। ਅੱਜ ਪਿਆਰੇ ਬਾਪ ਦਾਦਾ ਦੇ 20/7/2021 ਦੇ ਮਹਾਵਚਨ। ਪਿਆਰੇ ਬਾਪ ਦਾਦਾ ਨੇ ਆਪਣੇ ਅੱਜ ਪਿਆਰੇ ਬੱਚਿਆਂ ਨੂੰ ਜੋ ਸਿੱਖਿਆ ਦਿੱਤੀ, ਬਾਬਾ ਨੇ ਕਿਹਾ, ਮਿੱਠੇ ਬੱਚੇ, ਇਸ ਸਭਾ ਵਿੱਚ ਬਾਹਰ ਮੁਖੀ ਬਣ ਕੇ ਨਹੀਂ ਬੈਠਣਾ ਹੈ, ਬਾਪ ਦੀ ਯਾਦ ਵਿੱਚ ਰਹਿਣਾ ਹੈ। ਮਿੱਤਰ ਸੰਬੰਧੀ ਅਥਵਾ ਧੰਦੇ ਆਦਿ ਨੂੰ ਯਾਦ ਕਰਨ ਨਾਲ ਵਾਯੂਮੰਡਲ ਵਿੱਚ ਵਿਘਨ ਪੈਂਦਾ ਹੈ। ਪ੍ਰਸ਼ਨ ਹੈ, ਤੁਸੀਂ ਤੁਹਾਡੇ ਬੱਚਿਆਂ ਦੇ ਰੂਹਾਨੀ ਡਰਿਲ ਦੀ ਜੋ ਰੂਹਾਨੀ ਕਸਰਤ ਬਾਬਾ ਕਰਾਉਂਦੇ, ਉਸ ਦੀ ਵਿਸ਼ੇਸ਼ਤਾ ਕੀ ਹੈ ਜਿਸ ਨੂੰ ਮਨੁੱਖ ਨਹੀਂ ਕਰ ਸਕਦੀ? ਕਿਉਂਕਿ ਇਹ ਰੂਹਾਨੀ ਕਸਰਤ ਹੈ ਜਿਸ ਨੂੰ ਮਨੁੱਖ ਨਹੀਂ ਕਰ ਸਕਦੀ। ਉੱਤਰ ਹੈ, ਤੁਹਾਡੀ ਰੂਹਾਨੀ ਡਰਿਲ ਬੁੱਧੀ ਦੀ ਹੈ। ਉਸ ਦੀ ਵਿਸ਼ੇਸ਼ਤਾ ਇਹੀ ਹੈ, ਜੋ ਤੁਸੀਂ ਆਸ਼ਿਕ ਬਣ ਆਪਣੇ ਮਾਸ਼ੂਕ ਨੂੰ ਯਾਦ ਕਰਦੇ ਹੋ। ਇਸ ਦਾ ਹੀ ਇਸ਼ਾਰਾ ਗੀਤਾ ਵਿੱਚ ਵੀ ਆਇਆ ਹੋਇਆ ਹੈ, ਮਨ ਮਨਾ ਭਵ। ਪਰੰਤੂ ਮਨੁੱਖ ਆਪਣੇ ਮਾਸ਼ੂਕ ਪਰਮਾਤਮਾ ਨੂੰ ਜਾਣਦੇ ਹੀ ਨਹੀਂ ਤਾਂ ਡਰਿਲ ਕਿਵੇਂ ਕਰ ਸਕਣਗੇ? ਉਹ ਤਾਂ ਇੱਕ ਦੋ ਨੂੰ ਜਿਸਮਾਨੀ ਡਰਿਲ ਹੀ ਸਿਖਾਉਂਦੇ ਹਨ। ਓਮ ਸ਼ਾਂਤੀ। ਬੱਚੇ ਵੀ ਸਮਝਦੇ ਹਨ, ਬਾਪ ਵੀ ਸਮਝਦੇ ਹਨ ਕਿ ਬੱਚੇ ਯੋਗ ਕਰਾਉਣ ਵਾਲੇ ਇੱਥੇ ਕੀ ਕਰ ਰਹੇ ਹਨ? ਯਾਦ ਦੀ ਯਾਤਰਾ ਦੀ ਡਰਿਲ ਕਰਾ ਰਹੇ ਹਨ। ਮੂੰਹ ਤੋਂ ਤਾਂ ਕੁਝ ਵੀ ਬੋਲਣਾ ਨਹੀਂ ਹੈ ਨਾ। ਕਿਸ ਦੀ ਯਾਦ ਹੈ? ਪਰਮ ਪਿਤਾ ਪਰਮਾਤਮਾ ਸ਼ਿਵ ਦੀ। ਉਹਨਾਂ ਦੀ ਰੂਹਾਨੀ ਯਾਦ ਵਿੱਚ ਰਹਿਣ ਨਾਲ ਸਾਡੇ ਜੋ ਵੀ ਵਿਕਰਮ ਹਨ ਉਹ ਭਸਮ ਹੋ ਜਾਣਗੇ। ਅਸੀਂ ਵਿਕਰਮਾਜੀਤ ਬਣ ਜਾਵਾਂਗੇ, ਜਿੰਨਾ ਜੋ ਯਾਦ ਦੀ ਡਰਿਲ ਵਿੱਚ ਰਹਿਣਗੇ। ਇਹ ਆਤਮਾ ਦੀ ਡਰਿਲ ਹੈ, ਸਰੀਰ ਦੀ ਨਹੀਂ। ਭਾਰਤ ਵਿੱਚ ਜੋ ਵੀ ਡਰਿਲ ਸਿਖਾਉਂਦੇ ਹਨ ਉਹ ਸਭ ਹਨ ਜਿਸਮਾਨੀ। ਇਹ ਡਰਿਲ ਹੈ ਰੂਹਾਨੀ। ਇਸ ਰੂਹਾਨੀ ਡਰਿਲ ਨੂੰ ਤੁਹਾਡੇ ਬੱਚਿਆਂ ਤੋਂ ਇਲਾਵਾ ਕੋਈ ਵੀ ਨਹੀਂ ਜਾਣਦੇ। ਰੂਹਾਨੀ ਡਰਿਲ ਦਾ ਇਸ਼ਾਰਾ ਗੀਤਾ ਵਿੱਚ ਜ਼ਰੂਰ ਹੈ। ਭਗਵਾਨ ਵਾਚ ਅਰਥਾਤ ਭਗਵਾਨ ਨੇ ਬੱਚਿਆਂ ਦਾ ਵੀ ਵਾਚ ਹੈ। ਭਗਵਾਨ ਦੇ ਬੱਚਿਆਂ ਦਾ ਵੀ ਵਾਚ ਹੈ, ਬਾਬਾ ਦੇ ਬੱਚੇ ਵੀ ਸਿਖਾਉਂਦੇ ਹਨ। ਤੁਸੀਂ ਹੁਣ ਭਗਵਾਨ ਸ਼ਿਵ ਬਾਬਾ ਦੇ ਬੱਚੇ ਬਣੇ ਹੋ ਨਾ। ਬੱਚਿਆਂ ਨੂੰ ਫਰਮਾਨ ਮਿਲਿਆ ਹੈ, ਮਾਮੇ ਕਮ ਯਾਦ ਕਰੋ। ਬਾਪ ਵੀ ਡਰਿਲ ਸਿਖਾਉਂਦੇ ਹਨ, ਬੱਚੇ ਵੀ ਇਹੀ ਡਰਿਲ ਸਿਖਾਉਂਦੇ ਹਨ। ਕਲਪ ਪਹਿਲਾਂ ਵੀ ਬਾਪ ਨੇ ਇਹੀ ਕਿਹਾ ਸੀ ਕਿ ਮੈਨੂੰ ਬਾਪ ਨੂੰ ਯਾਦ ਕਰੋ। ਇਸ ਵਿੱਚ ਬਾਰ-ਬਾਰ ਕਹਿਣ ਦੀ ਜ਼ਰੂਰਤ ਹੀ ਨਹੀਂ, ਪਰੰਤੂ ਕਹਿਣਾ ਪੈਂਦਾ ਹੈ। ਇੱਥੇ ਬੈਠੇ ਕੋਈ ਆਪਣੇ ਮਿੱਤਰ ਸੰਬੰਧੀਆਂ ਧੰਦੇ ਆਦਿ ਨੂੰ ਯਾਦ ਕਰਦੇ ਰਹਿੰਦੇ ਹਨ ਤਾਂ ਵਾਯੂਮੰਡਲ ਵਿੱਚ ਵਿਘਨ ਪਾਉਂਦੇ ਹਨ। ਬਾਪ ਕਹਿੰਦੇ ਹਨ, ਜਿਵੇਂ ਇੱਥੇ ਤੁਸੀਂ ਯਾਦ ਵਿੱਚ ਬੈਠੇ ਹੋ, ਇਸੇ ਤਰ੍ਹਾਂ ਹੀ ਚੱਲਦੇ ਫਿਰਦੇ ਕਰਮ ਕਰਦੇ ਹੋਏ ਵੀ ਯਾਦ ਵਿੱਚ ਰਹਿਣਾ ਹੈ। ਜਿਵੇਂ ਆਸ਼ਿਕ ਮਾਸ਼ੂਕ ਨੂੰ ਯਾਦ ਕਰਦੇ ਹਨ, ਇੱਕ ਦੋ ਨੂੰ ਦੋਨੋਂ ਯਾਦ ਕਰਦੇ ਹਨ। ਉਹਨਾਂ ਦੀ ਹੈ ਜਿਸਮਾਨੀ ਯਾਦ, ਤੁਹਾਡੀ ਹੈ ਰੂਹਾਨੀ ਯਾਦ। ਆਤਮਾਵਾਂ ਭਗਤੀ ਮਾਰਗ ਵਿੱਚ ਆਸ਼ਿਕ ਹੁੰਦੀਆਂ ਹਨ ਉਸ ਪਰਮ ਪਿਤਾ ਪਰਮਾਤਮਾ ਮਾਸ਼ੂਕ ਦੀਆਂ, ਪਰੰਤੂ ਮਾਸ਼ੂਕ ਨੂੰ ਜਾਣਦੇ ਨਹੀਂ, ਨਾ ਆਪਣੀ ਆਤਮਾ ਨੂੰ ਜਾਣਦੇ ਹਨ। ਮਾਸ਼ੂਕ ਬਾਪ ਆਇਆ ਹੋਇਆ ਹੈ। ਭਗਤੀ ਮਾਰਗ ਤੋਂ ਲੈ ਕੇ ਆਤਮਾ ਆਸ਼ਿਕ ਬਣੀਆਂ ਹਨ। ਇਹ ਹੈ ਆਤਮਾਵਾਂ ਅਤੇ ਪਰਮਾਤਮਾ ਦੀ ਗੱਲ। ਬਾਪ ਬੱਚਿਆਂ ਨੂੰ ਸਨਮੁਖ ਕਹਿੰਦੇ ਹਨ, ਤੁਸੀਂ ਆਸ਼ਿਕ ਮੈਨੂੰ ਮਾਸ਼ੂਕ ਨੂੰ ਯਾਦ ਕਰਦੇ ਹੋ ਕਿ ਬਾਬਾ ਆਓ
ਸਾਨੂੰ ਆ ਕੇ ਦੁੱਖਾਂ ਤੋਂ ਲਿਬਰੇਟ ਕਰੋ, ਅਰਥਾਤ ਆਪਣੇ ਨਾਲ ਸ਼ਾਂਤੀ ਧਾਮ ਵਿੱਚ ਲੈ ਜਾਓ। ਤੁਸੀਂ ਜਾਣਦੇ ਹੋ ਹੁਣ ਇਸ ਦੁੱਖ ਧਾਮ ਮ੍ਰਿਤੂ ਲੋਕ ਦਾ ਵਿਨਾਸ਼ ਹੋਣਾ ਹੈ। ਅਮਰ ਲੋਕ ਜਿੰਦਾਬਾਦ, ਮ੍ਰਿਤੂ ਲੋਕ ਮੁਰਦਾਬਾਦ। ਹੁਣ ਤੁਸੀਂ ਪੁਰਸ਼ਾਰਥ ਕਰ ਰਹੇ ਹੋ ਸਵਰਗਵਾਸੀ ਬਣਨ ਦੇ ਲਈ। ਇਹ ਕੌਣ ਨਿਸ਼ਚੈ ਕਰਾਉਂਦੇ ਹਨ? ਉਹ ਹੈ ਗੀਤਾ ਦਾ ਭਗਵਾਨ, ਪਰੰਤੂ ਉਹ ਇੱਕ ਹੀ ਨਿਰਾਕਾਰ ਹੈ। ਬਾਪ ਨੂੰ ਨਾ ਜਾਣਨ ਦੇ ਕਰਕੇ ਡਰਾਮਾ ਅਨੁਸਾਰ ਕ੍ਰਿਸ਼ਨ ਦਾ ਨਾਮ ਭੁੱਲ ਨਾਲ, ਗਲਤੀ ਨਾਲ ਪਾ ਦਿੱਤਾ। ਕ੍ਰਿਸ਼ਨ ਅਤੇ ਸ਼ਿਵ ਦਾ ਸੰਬੰਧ ਇਸ ਸਮੇਂ ਨਜ਼ਦੀਕ ਦਾ ਹੈ। ਸ਼ਿਵ ਜਯੰਤੀ ਹੁੰਦੀ ਹੈ ਸੰਗਮ ਯੁਗ ਤੇ, ਫਿਰ ਕੱਲ ਹੋਵੇਗੀ ਕ੍ਰਿਸ਼ਨ ਜਯੰਤੀ। ਸਤਯੁਗ ਵਿੱਚ ਸ੍ਰੀ ਕ੍ਰਿਸ਼ਨ ਦਾ ਜਨਮ, ਤਾਂ ਸ਼ਿਵ ਜਯੰਤੀ ਹੈ ਰਾਤ ਵਿੱਚ, ਕ੍ਰਿਸ਼ਨ ਜਯੰਤੀ ਹੈ ਸਵੇਰੇ ਵਿੱਚ, ਮਾਨਾ ਸਤਯੁਗ ਵਿੱਚ। ਉਸ ਨੂੰ ਪ੍ਰਭਾਤ ਕਹਾਂਗੇ। ਜਦੋਂ ਸ਼ਿਵਰਾਤਰੀ ਪੂਰੀ ਹੁੰਦੀ ਹੈ ਤਾਂ ਫਿਰ ਕ੍ਰਿਸ਼ਨ ਜਯੰਤੀ ਹੁੰਦੀ ਹੈ। ਇਹ ਗੱਲਾਂ ਬੱਚੇ ਹੀ ਸਮਝ ਸਕਦੇ ਹਨ। ਕਾਇਦਾ ਹੈ ਇੱਥੇ ਸਭਾ ਵਿੱਚ ਕੋਈ ਬਾਹਰ ਮੁਖੀ ਨਾ ਹੋਵੇ, ਬਾਪ ਦੀ ਯਾਦ ਵਿੱਚ ਰਹਿਣਾ ਹੈ। ਮਨੁੱਖ ਪੁਕਾਰਦੇ ਵੀ ਹਨ, ਹੇ ਪਤਿਤ ਪਾਵਨ ਆਓ, ਆ ਕੇ ਪਾਵਨ ਬਣਾਓ, ਪਰੰਤੂ ਡਰਾਮਾ ਅਨੁਸਾਰ ਪੱਥਰ ਬੁੱਧੀ ਕੁਝ ਵੀ ਸਮਝਦੇ ਨਹੀਂ। ਇਹ ਰੂਹਾਨੀ ਪਿਤਾ ਸ਼੍ਰੀ ਤਾਂ ਇੱਕ ਹੀ ਹੈ ਜੋ ਪਤਿਤ ਪਾਵਨ ਗਿਆਨ ਦਾ ਸਾਗਰ ਹੈ। ਬੱਚਿਆਂ ਨੂੰ ਪਾਵਨ ਹੋਣ ਦੇ ਲਈ ਗਿਆਨ ਚਾਹੀਦਾ ਹੈ। ਪਾਣੀ ਦੇ ਵਿੱਚ ਇਸ਼ਨਾਨ ਕਰਨ ਨਾਲ ਕੋਈ ਪਾਵਨ ਥੋੜੀ ਬਣ ਜਾਣਗੇ। ਤੁਸੀਂ ਜਾਣਦੇ ਹੋ ਸ਼ਿਵ ਬਾਬਾ ਸਾਡੇ ਸਾਹਮਣੇ ਇਸ ਤਨ ਵਿੱਚ ਪ੍ਰਤੱਖ ਹਨ। ਬ੍ਰਹਮਾ ਬਾਬਾ ਦੇ ਤਨ ਵਿੱਚ ਪ੍ਰਤੱਖ ਹਨ। ਬ੍ਰਹਮਾ ਦੁਆਰਾ ਬ੍ਰਾਹਮਣਾਂ ਨੂੰ ਰਾਜਯੋਗ ਸਿਖਾ ਰਹੇ ਹਨ। ਬਾਬਾ ਕਹਿੰਦੇ ਬੱਚੇ ਮਾਇਆ ਬੜੀ ਦੁਸਤਰ ਹੈ, ਬੜੀ ਪਹਿਲਵਾਨ ਹੈ, ਅੱਛੇ ਮਹਾਰਥੀਆਂ ਨੂੰ ਵੀ ਹਰਾ ਦਿੰਦੀ ਹੈ। ਗਿਆਨ ਲੈਂਦੇ ਲੈਂਦੇ ਕਿਤੇ ਗ੍ਰਹਿਚਾਰੀ ਬੈਠ ਜਾਂਦੀ ਹੈ। ਆਸ਼ਚਰਯਵਤ ਮੇਰਾ ਬਨੰਤੀ ਕਥੰਤੀ, ਉਹ ਮਾਇਆ ਫਿਰ ਵੀ ਭਗੰਤੀ ਹੋ ਜਾਂਦੇ ਹਨ। ਕਮਾਈ ਵਿੱਚ ਗ੍ਰਹਿਚਾਰੀ ਬੈਠ ਜਾਂਦੀ ਹੈ। ਰਾਹੂ ਦਾ ਗ੍ਰਹਿਣ ਸਭ ਨੂੰ ਲੱਗਿਆ ਹੋਇਆ ਹੈ। ਹੁਣ ਤੁਹਾਡੇ ਤੇ ਬ੍ਰਹਸਪਤੀ ਦੀ ਦਸ਼ਾ ਬੈਠੀ ਹੈ। ਫਿਰ ਚਲਦੇ ਫਿਰਦੇ ਕੋਈ ਤੇ ਰਾਹੂ ਦਾ ਗ੍ਰਹਿਣ ਬੈਠ ਜਾਂਦਾ, ਤਾਂ ਕਹਿੰਦੇ ਹਨ ਮਹਾਨ ਕਮਬਖਤ ਇਸ ਦੁਨੀਆ ਵਿੱਚ ਦੇਖਣਾ ਹੋਵੇ ਤਾਂ ਇੱਥੇ ਦੇਖੋ। ਭਗਵਾਨ ਸਵੈਮ ਕਹਿ ਰਹੇ ਹਨ ਕਿ ਮੇਰਾ ਬਣ ਕੇ ਫਿਰ ਮਾਇਆ ਦੇ ਵਸ਼ ਹੋ ਜਾਂਦੇ, ਮੈਨੂੰ ਛੱਡ ਜਾਂਦੇ, ਤਾਂ ਬਾਬਾ ਕਹਿੰਦੇ ਕਿ ਮਹਾਨ ਕਮਬਖਤ ਦੇਖਣਾ ਹੋਵੇ ਤਾਂ ਇੱਥੇ ਹੀ ਦੇਖੋ। ਫਿਰ ਤੋਂ ਬਾਬਾ ਕਹਿ ਰਹੇ ਕਿ ਤੁਸੀਂ ਆਤਮਾ ਕਹਿੰਦੇ ਹੋ ਕਿ ਅਸੀਂ ਬਾਪ ਤੋਂ ਸਦਾ ਸੁੱਖ ਦਾ ਵਰਸਾ ਲੈ ਰਹੇ ਹਾਂ। ਬਾਬਾ ਤੁਹਾਥੋਂ ਕਲਪ ਪਹਿਲਾਂ ਵੀ ਇਹ ਵਰਸਾ ਲਿਆ ਸੀ, ਫਿਰ ਤੋਂ ਹੁਣ ਬਾਪ ਦੇ ਕੋਲ ਆਏ ਹੋ। ਬਾਪ ਨੇ ਸਮਝਾਇਆ ਹੈ, ਬਾਹਰ ਤੁਹਾਡੇ ਸੈਂਟਰਸ ਤੇ ਬਹੁਤ ਆਉਣਗੇ ਸਮਝਣ ਲਈ। ਇੱਥੇ ਤਾਂ ਇਹ ਇੰਦਰ ਸਭਾ ਹੈ ਨਾ, ਇੰਦਰ ਸ਼ਿਵ ਬਾਬਾ ਹੈ ਨਾ, ਜੋ ਗਿਆਨ ਵਰਖਾ ਬਰਸਾਉਂਦੇ ਹਨ। ਇਸ ਸਭਾ ਵਿੱਚ ਕੋਈ ਵੀ ਪਤਿਤ ਨਹੀਂ ਆ ਸਕਦਾ, ਮਨਾ ਮਧੁਬਨ ਬਾਪ ਦਾਦਾ ਨੂੰ ਮਿਲਣ ਲਈ। ਤਾਂ ਬਾਬਾ ਨੇ ਕਿਹਾ ਇੰਦਰ ਸਭਾ ਹੈ ਨਾ, ਕਹਿੰਦੇ ਸਬਜ ਪਰੀ ਪੁਖਰਾਜ ਪਰੀ ਜੋ ਬ੍ਰਾਹਮਣੀਆਂ ਪੰਡਾ ਬਣ ਕੇ ਲੈ ਆਉਂਦੀਆਂ ਹਨ, ਉਹਨਾਂ ਨੂੰ ਕਹਿਣਗੇ ਕਿ ਆਪਣੇ ਨਾਲ ਕੋਈ ਵੀ ਵਿਕਾਰ ਵਿੱਚ ਜਾਣ ਵਾਲੇ ਨੂੰ ਨਹੀਂ ਲਿਆ ਸਕਦੇ ਹੋ, ਨਹੀਂ ਤਾਂ ਦੋਨਾਂ ਤੇ ਜ਼ਿੰਮੇਵਾਰੀ ਆ ਜਾਵੇਗੀ। ਕਿਸੇ ਵਿਕਾਰੀ ਨੂੰ ਨਾਲ ਲੈ ਕੇ ਆਏ ਤਾਂ ਉਹਨਾਂ ਤੇ ਬਹੁਤ ਦਾਗ ਲੱਗ ਜਾਂਦਾ ਹੈ, ਫਿਰ ਬਹੁਤ ਹੀ ਭਾਰੀ ਸਜ਼ਾ ਮਿਲ ਜਾਂਦੀ ਹੈ। ਪਰੀਆਂ ਦੇ ਉੱਪਰ ਬਹੁਤ ਵੱਡੀ ਰਿਸਪੌਂਸਿਬਿਲਟੀ ਹੈ। ਕਹਿੰਦੇ ਹਨ ਮਾਨ ਸਰੋਵਰ ਤੇ ਗਿਆਨ ਇਸ਼ਨਾਨ ਕਰਨ ਨਾਲ ਪਰੀ ਬਣ ਜਾਂਦੇ ਹਨ। ਅਸਲ ਵਿੱਚ ਇਹ ਹੈ ਗਿਆਨ ਮਾਨ ਸਰੋਵਰ। ਬਾਬਾ ਮਨੁੱਖ ਤਨ ਵਿੱਚ ਆ ਕੇ ਗਿਆਨ ਵਰਖਾ ਬਰਸਾਉਂਦੇ ਹਨ। ਗਿਆਨ ਸਾਗਰ ਹੈ ਨਾ, ਤੁਸੀਂ ਹੋ ਨਦੀ, ਸਰੋਵਰ ਵੀ ਹਨ,
ਗਿਆਨ ਸਾਗਰ ਇਸ ਵਿੱਚ ਬੈਠ ਕੇ ਬੱਚਿਆਂ ਨੂੰ ਲਾਇਕ ਬਣਾਉਂਦੇ ਹਨ ਸਵਰਗ ਵਿੱਚ ਲੈ ਜਾਣ ਦੇ ਲਈ। ਬਾਪ ਤੁਹਾਨੂੰ ਆਪਣਾ ਬਣਾ ਕੇ ਸੂਰਯਵੰਸ਼ੀ ਚੰਦਰਵੰਸ਼ੀ ਘਰਾਣਾ ਸਥਾਪਨ ਕਰ ਬਾਕੀ ਸਭ ਦਾ ਵਿਨਾਸ਼ ਕਰਾ ਦਿੰਦੇ ਹਨ। ਇਹ ਗਿਆਨ ਤੁਹਾਡੀ ਬੁੱਧੀ ਵਿੱਚ ਹੈ। ਤੁਸੀਂ ਜਾਣਦੇ ਹੋ ਬਾਪ ਜੋ ਗਿਆਨ ਦਾ ਸਾਗਰ ਹੈ ਉਹ ਨੌਲੇਜਫੁਲ ਹੈ। ਸਾਗਰ ਤਾਂ ਇੱਕ ਹੀ ਹੈ। ਤੁਸੀਂ ਆਪਣੇ ਨੂੰ ਸਾਗਰ ਨਹੀਂ ਕਹਾਓਗੇ। ਤੁਸੀਂ ਜਾਣਦੇ ਹੋ ਬਾਪ ਦੇ ਤੁਸੀਂ ਮਦਦਗਾਰ ਬਣਦੇ ਹੋ। ਇਸ ਲਈ ਤੁਹਾਡਾ ਨਾਮ ਹੈ ਗਿਆਨ ਗੰਗਾਵਾਂ। ਬਾਕੀ ਤਾਂ ਉਹ ਪਾਣੀ ਦੀਆਂ ਨਦੀਆਂ ਹਨ। ਬਾਪ ਕਹਿੰਦੇ ਹਨ ਮੈਂ ਸਾਗਰ ਦੇ ਤੁਸੀਂ ਬੱਚੇ ਕਾਮ ਚਿਤਾ ਤੇ ਬੈਠ ਕੇ ਜਲ ਮਰੇ ਹੋ ਅਰਥਾਤ ਪਤਿਤ ਬਣ ਗਏ ਹੋ। ਹੁਣ ਫਿਰ ਮੈਨੂੰ ਯਾਦ ਕਰਨ ਨਾਲ ਤੁਸੀਂ ਪਾਵਨ ਬਣ ਜਾਓਗੇ। ਕੁੰਭ ਦਾ ਵੀ ਕਹਿੰਦੇ ਹਨ ਨਾ। ਬਾਬਾ ਕਹਿ ਰਹੇ ਕੁੰਭ ਕਿਹਾ ਜਾਂਦਾ ਮੇਲੇ ਨੂੰ। ਨਦੀ ਆ ਕੇ ਸਾਗਰ ਵਿੱਚ ਮਿਲਦੀ ਹੈ। ਆਤਮਾ ਆ ਕੇ ਪਰਮਾਤਮਾ ਨਾਲ ਮਿਲਦੀ ਹੈ। ਇਸ ਨੂੰ ਵੀ ਕੁੰਭ ਕਹਿੰਦੇ ਹਨ। ਬਾਬਾ ਕਹਿ ਰਹੇ ਸਾਗਰ ਤਾਂ ਆਪਣੀ ਜਗ੍ਹਾ ਬੈਠੇ ਹਨ ਨਾ, ਇਸ ਤਨ ਵਿੱਚ ਹਨ ਨਾ। ਜਿੱਥੇ ਇਹਨਾਂ ਦਾ ਤਨ ਹੈ ਉੱਥੇ ਹੀ ਗਿਆਨ ਸਾਗਰ ਹੈ। ਬਾਕੀ ਤੁਸੀਂ ਆਪਸ ਵਿੱਚ ਗਿਆਨ ਗੰਗਾਵਾਂ ਮਿਲਦੀਆਂ ਹੋ। ਨਦੀਆਂ ਛੋਟੀਆਂ ਵੱਡੀਆਂ ਵੀ ਹੁੰਦੀਆਂ ਹਨ। ਉੱਥੇ ਇਸ਼ਨਾਨ ਕਰਨ ਲਈ ਜਾਂਦੇ ਹਨ। ਬਾਬਾ ਕਹਿੰਦੇ ਤੁਸੀਂ ਵੀ ਗਿਆਨ ਨਦੀਆਂ ਹੋ। ਮਾਇਆ ਦੇ ਤੂਫਾਨ ਤਾਂ ਬਹੁਤ ਆਉਣਗੇ। ਹਰ ਇੱਕ ਦੀ 5 ਵਿਕਾਰਾਂ ਨਾਲ ਯੁੱਧ ਚੱਲਦੀ ਹੈ। ਬਾਪ ਕਹਿੰਦੇ ਨਿਰੰਤਰ ਯਾਦ ਕਰੋ। ਮਾਇਆ ਯੋਗ ਉਡਾ ਦੇਵੇਗੀ। ਮਾਇਆ ਆਪਣੀ ਤਰਫ ਖਿੱਚੇਗੀ। ਲੇਕਿਨ ਜਿੰਨਾ ਬਾਪ ਨੂੰ ਯਾਦ ਕਰੋਗੇ ਤਾਂ ਪਾਵਨ ਬਣਦੇ ਜਾਓਗੇ। ਅੱਛਾ, ਮਿੱਠੇ ਮਿੱਠੇ ਸਿੱਕੇ ਲੱਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਧਾਰਨਾ ਲਈ ਮੁੱਖ ਸਾਰ ਹੈ। ਪਹਿਲਾ ਪੁਆਇੰਟ, ਡਰਾਮਾ ਦੇ ਗਿਆਨ ਨੂੰ ਬੁੱਧੀ ਵਿੱਚ ਰੱਖ ਨਿਸ਼ਚਿੰਤ ਬਣਨਾ ਹੈ। ਕਿਸੇ ਵੀ ਪ੍ਰਕਾਰ ਦੀ ਚਿੰਤਾ ਨਹੀਂ ਕਰਨੀ ਹੈ ਕਿਉਂਕਿ ਜਾਣਦੇ ਹੋ ਬਣੀ ਬਣਾਈ ਬਣ ਰਹੀ ਨਿਰਮੋਹੀ ਬਣਨਾ ਹੈ। ਦੂਸਰਾ, ਬਾਪ ਦੁਆਰਾ ਜਦ ਕਿ ਬ੍ਰਹਸਪਤੀ ਦੀ ਦਸ਼ਾ ਬੈਠੀ ਹੈ ਤਾਂ ਸੰਭਾਲ ਕਰਨੀ ਹੈ ਰਾਹੂ ਦਾ ਗ੍ਰਹਿਣ ਨਾ ਲੱਗ ਜਾਵੇ। ਕੋਈ ਵੀ ਗ੍ਰਹਿਚਾਰੀ ਹੋਵੇ ਤਾਂ ਉਸ ਨੂੰ ਗਿਆਨ ਦਾਨ ਨਾਲ ਸਮਾਪਤ ਕਰਨਾ ਹੈ। ਵਰਦਾਨ ਹੈ ਸਦਾ ਮਨਨ ਦੁਆਰਾ ਮਗਨ ਅਵਸਥਾ ਦੇ ਸਾਗਰ ਵਿੱਚ ਸਮਾਉਣ ਦਾ ਅਨੁਭਵ ਕਰਨ ਵਾਲੇ ਅਨੁਭਵੀ ਮੂਰਤ ਭਵ। ਅਨੁਭਵਾਂ ਨੂੰ ਵਧਾਉਣ ਦਾ ਆਧਾਰ ਹੈ ਮਨਨ ਸ਼ਕਤੀ। ਮਨਨ ਵਾਲਾ ਆਪਣੇ ਆਪ ਹੀ ਮਗਨ ਰਹਿੰਦਾ ਹੈ। ਮਗਨ ਅਵਸਥਾ ਵਿੱਚ ਯੋਗ ਲਗਾਉਣਾ ਨਹੀਂ ਪੈਂਦਾ ਪਰੰਤੂ ਨਿਰੰਤਰ ਲੱਗਿਆ ਰਹਿੰਦਾ ਹੈ। ਮਿਹਨਤ ਨਹੀਂ ਕਰਨੀ ਪਵੇਗੀ। ਮਗਨ ਅਰਥਾਤ ਮੁਹੱਬਤ ਦੇ ਸਾਗਰ ਵਿੱਚ ਸਮਾਇਆ ਹੋਇਆ। ਇਸ ਤਰ੍ਹਾਂ ਦਾ ਸਮਾਇਆ ਹੋਇਆ ਜੋ ਕੋਈ ਅਲੱਗ ਕਰ ਨਹੀਂ ਸਕਦਾ। ਤਾਂ ਮਿਹਨਤ ਤੋਂ ਛੁੱਟੋ। ਸਾਗਰ ਦੇ ਬੱਚੇ ਹੋ ਤਾਂ ਅਨੁਭਵਾਂ ਦੇ ਤਲਾਬ ਵਿੱਚ ਨਹੀਂ ਨਹਾਵੋ ਪਰੰਤੂ ਸਾਗਰ ਵਿੱਚ ਸਮਾ ਜਾਵੋ ਤਾਂ ਕਹਾਂਗੇ ਅਨੁਭਵੀ ਮੂਰਤ। ਸਲੋਗਨ ਹੈ ਗਿਆਨ ਸਰੂਪ ਆਤਮਾ ਉਹ ਹੈ ਜਿਨ੍ਹਾਂ ਦਾ ਹਰ ਸੰਕਲਪ ਹਰ ਸੈਕਿੰਡ ਸਮਰਥ ਹੋਵੇ। ਅੱਛਾ, ਓਮ ਸ਼ਾਂਤੀ।